ਸੇਬ ਦਾ ਸਿਰਕਾ ਹੈ ਇਹ ਲੀਵਰ ਨੂੰ ਐਵੇਂ ਧੋ ਦਿੰਦਾ ਹੈ ਜਿਸ ਤਰੀਕੇ ਨਾਲ ਮਸ਼ੀਨ 'ਚ ਪਾ ਕੇ ਕੱਪੜੇ ਧੋ ਦਿੱਤੇ ਜਾਂਦੇ ਨੇ। ਉਹ ਕਿਵੇਂ ਕਰੇਗਾ ਜੀ ਕੰਮ ਕਿਵੇਂ ਕਰੇਗਾ? ਸਵੇਰੇ ਉੱਠਦੇ ਖਾਲੀ ਪੇਟ 1 ਗਲਾਸ ਪਾਣੀ ਦੇ ਵਿੱਚ ਦੋ ਚਮਚੇ ਸੇਬ ਦਾ ਸਿਰਕਾ, ਇਹਦੇ ਨਾਲ ਇਹ ਪੱਕ ਜਾਂਦਾ। ਇਹਦੇ ਕੋਈ ਬੈਡ ਇਫੈਕਟ ਜਿਹੜੇ ਖਤਮ ਹੁੰਦੇ ਆ। ਨੰਬਰ 2 ਤੇ ਗੈਸ ਨਹੀਂ ਪ੍ਰੋਡਿਊਸ ਕਰਦਾ ਹੈ। 1 ਚਮਚਾ ਸ਼ਹਿਦ ਦਾ ਪਾ ਕੇ ਇਹਨੂੰ ਅੱਛੀ ਤਰ੍ਹਾਂ ਹਿਲਾ ਕੇ ਪਹਿਲਾਂ ਲਸਣ ਖਾ ਲਓ, ਉਸ ਤੋਂ ਉੱਪਰ ਹੈ ਸ਼ਹਿਦ ਵਾਲਾ ਪਾਣੀ ਪੀ ਲਓ। ਇਹਨੇ ਜਦੋਂ ਐਪਲ ਸਾਈਡਰ ਵਿਨੇਗਰ ਨੇ ਇਹਨੂੰ ਇਸ ਤਰ੍ਹਾਂ ਸਾਫ਼ ਕਰਕੇ ਸਲੋਲੀ ਇਹਨੇ 3 ਗ੍ਰੇਡ ਤੋਂ 2 ਤੇ 2 ਤੋਂ 1 ਤੇ 1 ਤੇ ਬਿਲਕੁਲ ਇੱਕ ਹੈਲਦੀ ਲਿਵਰ ਤੇ ਲਿਆਉਣਾ ਹੈਗਾ। ਤੰਦਰੁਸਤ ਲੀਵਰ ਜਦੋਂ ਹੁੰਦਾ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ। ਉਸ ਤੋਂ ਬਾਅਦ ਸਟੇਜ 1 ਸਟੇਜ 2 ਸਟੇਜ 3 ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਸਾਡਾ ਲੀਵਰ ਹੈ ਉਹ ਬਿਲਕੁਲ ਕਾਲਾ ਹੋ ਜਾਂਦਾ ਹੈ। ਇਹ ਲੀਵਰ ਠੀਕ ਵੀ ਹੋ ਸਕਦੇ ਨੇ। ਬੜਾ ਮੈਨੂੰ ਤਾਂ ਡਰ ਗਿਆ ਜੀ ਦੇਖ ਕੇ ਇਹਨਾਂ ਨੂੰ, ਇਹ ਕਾਲਾ ਲੀਵਰ ਤੇ ਉਸ ਤੋਂ ਬਾਅਦ ਇਹਦੇ ਜਿਵੇਂ ਫੋੜੇ ਫਿੰਸੀਓ ਹੋਏ ਹੁੰਦੇ ਨੇ। ਇਹ ਲੀਵਰ ਇੰਨੀ ਹਾਲਾਤ ਖਰਾਬ 'ਚ ਚਲਾ ਜਾਂਦਾ ਜੀ। ਬਟ ਸਾਡੀ ਸਾਇੰਸ ਜਿਹੜੀ ਸਪੈਜਰਿਕ ਸਾਇੰਸ ਦੇ ਵਿੱਚ ਮੈਂ ਕੰਮ ਕਰਦਾ ਹੈਗਾ, ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਵਾਪਸੀ ਹੈਗੀ। ਮਤਲਬ ਇਸ ਸਟੇਜ ਜਿਹੜਾ ਕਾਲਾ ਹੋਇਆ ਲੀਵਰ ਹੈ ਇਹਦੀ ਵੀ ਵਾਪਸੀ ਹੈ? ਹਾਂਜੀ। ਸਾਡੀਆਂ ਕੋਈ ਬਹੁਤ ਵੱਡੀਆਂ ਦਵਾਈਆਂ ਨਹੀਂ, ਸਿਰਫ ਡ੍ਰੌਪਸ ਵਾਲੀਆਂ ਦਵਾਈਆਂ ਜਿਹਦੇ ਨਾਲ ਤੁਹਾਨੂੰ ਦੇਖਦੇ ਬਹੁਤ ਜਲਦੀ ਅੱਛਾ ਫਰਕ ਮਿਲਦਾ ਹੈ। ਜਦੋਂ ਲਿਵਰ ਖਰਾਬ ਹੁੰਦਾ ਸਭ ਨਾਲੋਂ ਪਹਿਲਾਂ ਹੀ ਸਿੰਪਟਮ ਆਉਂਦੇ ਆ ਵੀ ਭੁੱਖ ਲੱਗਣੀ ਘੱਟ ਹੋ ਜਾਂਦੀ ਹੈ, ਸਾਰਾ ਦਿਨ ਸਰੀਰ ਥੱਕਿਆ ਰਹਿੰਦਾ ਹੈਗਾ, ਤੁਹਾਨੂੰ ਕੁਝ ਵੀ ਖਾਂਦੇ ਆ ਤੇ ਨਾਲ ਹੀ ਐਸਿਡਿਟੀ ਜ਼ਿਆਦਾ ਹੁੰਦੀ ਹੈ, ਬੱਤ ਜਿਹੇ ਆਉਣੇ ਸ਼ੁਰੂ ਹੋ ਜਾਂਦੇ ਆ, ਥਕਾਵਟ ਰਹਿੰਦੀ ਹੈਗੀ ਹੈ। ਮਿਰਚ ਜਾਂ ਦਾਖਾਂ, ਠੀਕ ਹੈ, ਇਹਦੇ 15 ਤੋਂ 20 ਦਾਣੇ ਲੈ ਲੈਣੇ ਆ। ਇਹ ਰਾਤ ਨੂੰ ਤੁਸੀਂ ਪਾਣੀ ਦੇ ਗਲਾਸ 'ਚ ਪਾ ਦੇਣੇ ਹੈਗੇ, ਠੀਕ ਹੈ। ਉਸ ਤੋਂ ਬਾਅਦ 15 ਤੋਂ 20, ਹਾਂ 15 ਤੋਂ 20 ਦਾਣੇ ਲੈ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਗਲਾਸ ਨੂੰ ਭਰ ਕੇ ਰਾਤੀ ਆਪਣੇ ਸਿਰਹਾਣੇ 'ਚ ਰੱਖ ਲੈਣਾ ਹੈਗਾ। ਇਹ ਆਪਣੇ ਆਪ ਨੂੰ ਖੁਦ ਵੀ 22 ਦਿਨਾਂ 'ਚ ਰਿਪੇਅਰ ਕਰ ਲੈਂਦਾ ਹੈ, ਠੀਕ ਹੈ। 22 ਦਿਨ 'ਚ ਰਿਪੇਅਰ ਕਰਕੇ, ਚਾਹੇ ਜੌਂਡਿਸ ਹੋਇਆ ਹੁੰਦਾ, ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ ਕਿਸੇ ਕੋਲ ਆਪਾਂ ਜਾਂਦੇ ਆ, ਉਹ ਤੁਹਾਨੂੰ ਪਾਣੀ ਦਾ ਛਿੱਟਾ ਮਾਰਦਾ ਹੈ, ਕਹਿੰਦਾ ਵੀ ਹਾਂਜੀ ਹਫ਼ਤੇ ਬਾਅਦ ਆਈਓ, ਤੀਜੇ ਹਫ਼ਤੇ ਲਿਵਰ ਤੁਹਾਡਾ ਠੀਕ ਹੋ ਜਾਊਗਾ, ਜਦ ਕਿ ਉਹ ਸਾਰਾ ਕੰਮ ਲਿਵਰ ਆਪ ਕਰਦਾ ਹੈ। ਦੇਖੋ ਪਿੱਛੇ ਪੇਸ਼ੈਂਟ ਆਇਆ ਸੀਗਾ ਇੱਕ ਸਾਡੇ ਲੁਧਿਆਣੇ ਦਾ ਸਭ ਨਾਲੋਂ ਵੱਡੇ ਹੌਸਪੀਟਲ ਦੇ ਸਭ ਨਾਲੋਂ ਨੰਬਰ 1 ਲਿਵਰ ਦੇ ਡਾਕਟਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਤੇਰੇ ਕੋਲ 15 ਦਿਨ ਹੈਗੇ ਆ, ਜਾਂ ਤਾਂ ਲਿਵਰ ਦਾ ਟ੍ਰਾਂਸਪਲਾਂਟ ਕਰਾ ਲਓ, ਅਦਰਵਾਈਜ਼ ਤੁਸੀਂ ਸਰਵਾਈਵ ਨਹੀਂ ਕਰ ਪਾਓਗੇ। ਤੇ ਦੇ ਵਿੱਚ ਉਹਦੀ ਟੈਪਿੰਗ ਹੁੰਦੀ ਸੀ, ਪਾਣੀ ਕਢਵਾਉਣਾ ਪੈਂਦਾ ਸੀਗਾ। 1 ਮਹੀਨੇ ਦੇ ਵਿੱਚ ਉਹਦੀ ਟੈਪਿੰਗ ਹੋਣੀ ਬੰਦ ਹੋ ਗਈ। ਅੱਜ ਉਹ ਬੰਦੇ ਦਾ ਬਿਲਕੁਲ, ਇੱਕ ਤਾਂ ਉਹਦਾ ਹੁਣ ਲਿਵਰ ਤਾਂ ਸੈੱਟ ਹੋਇਆ, ਅੱਗੇ ਜਿਹੜਾ ਬਿਲਕੁਲ ਉਹ ਕਾਲਾ ਹੋ ਗਿਆ ਸੀਗਾ ਉਹਦਾ ਰੰਗ ਵੀ ਹੁਣ ਫੇਅਰ ਹੋ ਗਿਆ। ਉਹ ਬੰਦਾ ਹੁਣ ਆਪਣੀ ਜੌਬ ਕਰ ਰਿਹਾ ਹੈਗਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਮੇਰੇ ਹੱਥ ਦੇ ਵਿੱਚ ਇਹ ਉਹ ਲੀਵਰ ਨੇ ਜਿਨ੍ਹਾਂ ਕਰਕੇ ਹਰ ਰੋਜ਼ ਪੂਰੀ ਦੁਨੀਆ ਦੇ ਵਿੱਚ ਲੱਖਾਂ ਜਾਨਾਂ ਜਿਹੜੀਆਂ ਚਲੀਆਂ ਜਾਂਦੀਆਂ ਨੇ। ਇਹ ਹੈਲਦੀ ਲੀਵਰ ਹੈ, ਯਾਨੀ ਕਿ ਤੰਦਰੁਸਤ ਲੀਵਰ ਜਦੋਂ ਹੁੰਦਾ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ। ਉਸ ਤੋਂ ਬਾਅਦ ਸਟੇਜ 1 ਸਟੇਜ 2 ਸਟੇਜ 3 ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਸਾਡਾ ਲੀਵਰ ਹੈ ਉਹ ਬਿਲਕੁਲ ਕਾਲਾ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਕੈਂਸਰ ਵਾਲੀ ਸਟੇਜ ਦੇ ਉੱਤੇ ਆਈਏ, ਲੀਵਰ ਇੱਕ ਅਜਿਹਾ ਅੰਗ ਹੁੰਦਾ ਹੈ ਜਿਸ ਦਾ ਸੁਭਾਅ ਬੜਾ ਸਾਊ ਹੁੰਦਾ ਹੈ। ਉਹ ਉਦੋਂ ਤੱਕ ਕੰਮ ਕਰਦਾ ਰਹਿੰਦਾ ਹੈ ਜਦੋਂ ਤੱਕ ਉਹ 70 ਜਾਂ 80% ਖਰਾਬ ਨਹੀਂ ਹੋ ਜਾਂਦਾ। ਸਿੰਪਟਮ ਵੀ ਉਹ 70-80% ਤੋਂ ਬਾਅਦ ਜਾ ਕੇ ਦਿੰਦਾ ਹੈ। ਪਰ ਕੁਦਰਤ ਨੇ ਔਰ ਆਯੁਰਵੇਦ ਨੇ, ਨੈਚੁਰਲ ਪੈਥ ਨੇ ਸਾਨੂੰ ਬਹੁਤ ਸਾਰੇ ਤਰੀਕੇ ਲੀਵਰ ਦੀ ਜਾਂਚ ਦੇ ਦਿੱਤੇ ਨੇ ਅਤੇ ਉਹਨੂੰ ਠੀਕ ਕਰਨ ਦੇ ਵੀ ਜਿਹੜੇ ਬਹੁਤ ਜ਼ਿਆਦਾ ਨੁਸਖੇ ਇਸ ਵੇਲੇ ਸਾਡੇ ਕੋਲ ਮੌਜੂਦ ਨੇ। ਪਰ ਲੀਵਰ ਦੀ ਪ੍ਰੋਬਲਮ ਕਿਉਂ ਆਉਂਦੀ ਹੈ, ਕਿਸ ਤਰੀਕੇ ਨਾਲ ਆਉਂਦੀ ਹੈ, ਕਿਵੇਂ ਆਉਂਦੀ ਹੈ ਅਤੇ ਉਹਦਾ ਹੱਲ ਕਿਵੇਂ ਹੁੰਦਾ ਹੈ, ਇਹ ਸਾਰੀਆਂ ਗੱਲਾਂ ਅੱਜ ਅਸੀਂ ਤੁਹਾਡੇ ਨਾਲ ਕਰਾਂਗੇ। ਸਾਡੇ ਨਾਲ ਨੇ ਡਾਕਟਰ ਰਾਜੇਸ਼ ਠਾਕੁਰ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਲੀਵਰ ਦੀ ਸਮੱਸਿਆ ਕੀ ਹੁੰਦੀ ਹੈ, ਕਿਸ ਤਰ੍ਹਾਂ ਹੁੰਦੀ ਹੈ। ਪਹਿਲਾਂ ਸਵਾਗਤ ਕਰ ਲੈਂਦੇ ਉਹਨਾਂ ਦਾ, ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਉਹਨਾਂ ਦਾ ਹੁੰਦਾ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਜੀ। ਸ਼ੁਕਰੀਆ ਜੀ ਫਰੂਕੀ ਸਾਹਿਬ, ਤੁਹਾਡਾ ਵੀ ਸਵਾਗਤ।
ਜੀ ਡਾਕਟਰ ਸਾਹਿਬ ਅੱਜ ਤੁਸੀਂ ਇਹ ਲੀਵਰ ਰੱਖੀ ਬੈਠੇ ਹੋ, ਇਹ ਲੀਵਰ ਠੀਕ ਵੀ ਹੋ ਸਕਦੇ ਨੇ? ਬੜਾ ਮੈਨੂੰ ਤਾਂ ਡਰ ਗਿਆ ਜੀ ਦੇਖ ਕੇ ਇਹਨਾਂ ਨੂੰ, ਇਹ ਕਾਲਾ ਲੀਵਰ ਤੇ ਉਸ ਤੋਂ ਬਾਅਦ ਇਹਦੇ ਜਿਵੇਂ ਫੋੜੇ ਫਿੰਸੀਓ ਹੋਏ ਹੁੰਦੇ ਨੇ, ਇਹ ਲੀਵਰ ਇੰਨੀ ਹਾਲਾਤ ਖਰਾਬ 'ਚ ਚਲਾ ਜਾਂਦਾ ਜੀ? ਜੀ ਫਰੂਕੀ ਸਾਹਿਬ, ਅੱਜ ਦੇ ਸਮੇਂ ਦੇ ਵਿੱਚ ਲੀਵਰ ਦੀ ਬਿਮਾਰੀਆਂ ਬਹੁਤ ਤੇਜ਼ੀ ਦੇ ਨਾਲ ਫੈਲ ਰਹੀਆਂ, ਜਿਹਦਾ ਕਿ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਸਾਡੀ ਡਾਈਟ, ਸਾਡਾ ਐਕਸਰਸਾਈਜ਼, ਸੈਰ, ਜਾਂ ਇੱਕ ਬਹੁਤ ਜ਼ਿਆਦਾ ਅਨਹੈਲਦੀ ਅਸੀਂ ਲਾਈਫ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਲੀਵਰ ਜਿਹਦਾ ਕਿ ਆਪਣਾ ਖੁਦ ਦਾ ਕੰਮ ਬਾਡੀ ਨੂੰ ਡੀਟੌਕਸੀਫਾਈ ਕਰਨਾ ਹੈ, ਉਹ ਖੁਦ ਹੀ ਬਿਮਾਰ ਹੋ ਜਾਂਦਾ ਹੈਗਾ। ਜਿੱਦਾਂ ਕਿ ਇਹ ਮਾਡਲਸ ਦੇ ਵਿੱਚ ਦਿਖਾਇਆ ਗਿਆ, ਜਿਹੜਾ ਹੈਲਦੀ ਲਿਵਰ ਹੁੰਦਾ ਹੈ ਬਿਲਕੁਲ ਇੱਦਾਂ ਫਲੈਸ਼ੀ ਲਿਵਰ ਹੁੰਦਾ, ਇਹਦੇ ਵਿੱਚ ਕੋਈ ਸਪੌਟ ਨਹੀਂ ਹੁੰਦਾ, ਕੋਈ ਧੱਬਾ ਨਹੀਂ ਹੁੰਦਾ ਹੈਗਾ। ਜਿਉਂ-ਜਿਉਂ ਇਹਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਤਿਉਂ ਲਿਵਰ ਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਲੀਵਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤੇ ਸਾਡਾ ਸਿਰ ਦੁਖਣੋਂ ਹਟਦਾ ਨਹੀਂ ਜੀ। ਪ੍ਰੋਬਲਮ ਲੀਵਰ ਦੇ ਵਿੱਚ ਹੁੰਦੀ ਹੈ, ਸਾਨੂੰ ਖਾਣਾ ਨਹੀਂ ਹਜ਼ਮ ਹੁੰਦਾ, ਪ੍ਰੋਬਲਮ ਲੀਵਰ ਦੇ ਵਿੱਚ ਹੁੰਦੀ ਹੈ ਤੇ ਸਾਡੀ ਸ਼ੂਗਰ ਇਫੈਕਟ ਹੋ ਜਾਂਦੀ ਹੈ, ਸਾਡਾ ਹਾਰਟ ਇਫੈਕਟ ਹੋ ਜਾਂਦਾ, ਸਾਡੀ ਕਿਡਨੀ ਇਫੈਕਟ ਹੋ ਜਾਂਦੀ ਹੈ। ਲੀਵਰ ਦਾ ਇਹ ਕੀ ਕਨੈਕਸ਼ਨ ਹੋਇਆ ਜੀ? ਦੇਖੋ, ਲੀਵਰ ਸਾਡੀ ਬਾਡੀ ਦੇ ਰਾਈਟ ਸਾਈਡ ਦੇ ਵਿੱਚ ਸਿਚੁਏਟਡ ਹੁੰਦਾ ਹੈਗਾ, ਜਿਹਦਾ ਕਿ ਇੱਕ ਸਾਈਜ਼ ਛੋਟੇ ਫੁੱਟਬਾਲ ਜਿੰਨਾ ਸਾਈਜ਼ ਹੁੰਦਾ ਹੈ, ਸਾਡਾ ਬਾਡੀ ਦਾ ਸਭ ਤੋਂ ਵੱਡਾ ਆਰਗਨ ਹੁੰਦਾ ਹੈਗਾ। ਇਹਦਾ ਅੰਦਰ ਕੋਈ ਪ੍ਰੋਬਲਮ ਆਉਂਦੀ ਹੈ, ਇਹਨੇ ਅੰਦਰੋਂ ਸਾਨੂੰ ਸਿੰਪਟਮ ਦੇਣੇ ਹੈਗੇ ਆ। ਜਦੋਂ ਲਿਵਰ ਖਰਾਬ ਹੁੰਦਾ ਸਭ ਨਾਲੋਂ ਪਹਿਲਾਂ ਹੀ ਸਿੰਪਟਮ ਆਉਂਦੇ ਆ ਵੀ ਭੁੱਖ ਲੱਗਣੀ ਘੱਟ ਹੋ ਜਾਂਦੀ ਹੈ, ਸਾਰਾ ਦਿਨ ਸਰੀਰ ਥੱਕਿਆ ਰਹਿੰਦਾ ਹੈਗਾ, ਤੁਹਾਨੂੰ ਕੁਝ ਵੀ ਖਾਂਦੇ ਆ ਉਹਦੇ ਨਾਲ ਹੀ ਐਸਿਡਿਟੀ ਜ਼ਿਆਦਾ ਹੁੰਦੀ ਹੈ, ਬੱਤ ਜਿਹੇ ਆਉਣੇ ਸ਼ੁਰੂ ਹੋ ਜਾਂਦੇ ਆ, ਥਕਾਵਟ ਰਹਿੰਦੀ ਹੈਗੀ ਹੈ। ਉਸ ਟਾਈਮ ਸਾਨੂੰ ਲਿਵਰ ਦੇ ਟੈਸਟ ਹੁੰਦੇ ਆ, ਲੈਫਟੀ ਟੈਸਟ, ਉਹ ਕਰਵਾ ਲੈਣਾ ਚਾਹੀਦਾ। ਉਹਦੇ ਨਾਲ ਇੱਕ ਅਲਟਰਾਸਾਊਂਡ ਸਕੈਨ ਕਰਵਾ ਲੈਣੀ ਚਾਹੀਦੀ ਹੈ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਵੀ ਸਾਡੇ ਲਿਵਰ ਦੀ ਕੀ ਕੰਡੀਸ਼ਨ ਹੈ ਜੀ। ਤੇ ਇਹ ਲਿਵਰ ਠੀਕ ਕੀਤੇ ਜਾ ਸਕਦੇ ਨੇ? ਕਿਹੜੀ ਸਟੇਜ ਤੱਕ ਲਿਵਰ ਹੈ ਜਿਹੜਾ ਠੀਕ ਹੋ ਜਾਂਦਾ? ਦੇਖੋ, ਸਭ ਤੋਂ ਪਹਿਲਾਂ ਆਮ ਤੌਰ 'ਤੇ ਸਕੈਨ ਆਪਾਂ ਕਰਾਉਂਦੇ ਹਾਂ, 70 ਤੋਂ 80% ਪੇਸ਼ੈਂਟਸ ਦੇ ਵਿੱਚ ਫੈਟੀ ਲਿਵਰ ਆ ਰਿਹਾ ਹੈਗਾ, ਜਿਹਨੂੰ ਕਿ ਆਮ ਤੌਰ 'ਤੇ ਡਾਕਟਰਸ ਮਾਡਰਨ ਸਾਇੰਸ ਵਾਲੇ ਬਹੁਤ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਹੈਗੇ, ਕਿਉਂਕਿ ਇਹਦੀਆਂ ਵੀ ਅੱਗੇ 4 ਸਟੇਜ ਹੁੰਦੀਆਂ, ਫੈਟੀ ਲਿਵਰ 1 2 3 4। ਜਦੋਂ ਅਸੀਂ ਉਸ ਚੀਜ਼ ਨੂੰ ਇਗਨੋਰ, ਦੇਖੋ ਆਹ ਫੈਟੀ ਲਿਵਰ ਦਾ ਮਾਡਲ ਹੈਗਾ, ਇਹਦੇ ਵਿੱਚ ਲਿਵਰ ਦੇ ਉੱਪਰ ਸਕ੍ਰੈਚਿਸ ਆਉਣੇ ਸ਼ੁਰੂ ਹੋ ਗਏ, ਬਲੈਕ ਡਾਟ ਆਉਣੇ ਸ਼ੁਰੂ ਹੋ ਗਏ ਨੇ, ਠੀਕ ਹੈ ਨਾ। ਉਸ ਤੋਂ ਬਾਅਦ 2nd 3rd 4th ਸਟੇਜ ਤੋਂ ਬਾਅਦ ਲਿਵਰ ਦੀ ਕੰਡੀਸ਼ਨ ਹੋਰ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਅਗਰ ਅਸੀਂ ਇਹਨੂੰ ਵੀ ਇਗਨੋਰ ਕਰਾਂਗੇ, ਫਿਰ ਇਹ ਲਿਵਰ ਫਾਈਬਰੋਸਿਸ ਦੇ ਵਿੱਚ ਕਨਵਰਟ ਹੋ ਜਾਂਦਾ ਹੈਗਾ, ਜਿਹਦੇ ਵਿੱਚ ਲਿਵਰ ਸਾਡਾ ਕਾਫੀ ਜ਼ਿਆਦਾ ਹੱਦ ਤੱਕ ਖਰਾਬ ਹੋ ਜਾਂਦਾ। ਹਾਂ, ਦੇਖ ਲਓ ਕਿੰਨੀ ਚੇਂਜ ਆ ਗਈ ਹੈ ਇਹਦੇ ਵਿੱਚ। ਜਸਟ ਜਿਸ ਤਰ੍ਹਾਂ ਕਿ ਇੱਕ ਛਾਲੇ ਟਾਈਪ ਜੇ ਹੋਣੇ ਸ਼ੁਰੂ ਹੋ ਜਾਂਦੇ ਲਿਵਰ ਦੇ ਵਿੱਚ, ਉਸ ਟਾਈਮ ਹਾਲਤ ਬਹੁਤ ਜ਼ਿਆਦਾ ਪੇਸ਼ੈਂਟ ਦੀ ਖਰਾਬ ਹੋ ਜਾਂਦੀ ਹੈ, ਭੁੱਖ ਲੱਗਣੀ ਬਿਲਕੁਲ ਬੰਦ ਹੋ ਜਾਂਦੀ ਹੈ, ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ, ਅਤੇ ਉਸ ਤੋਂ ਬਾਅਦ ਹੋਰ ਵੀ ਔਰਗਨ ਹੈ ਇਫੈਕਟ ਕਰਦਾ ਹੈਗਾ। ਉਸ ਤੋਂ ਅਗਲੀ ਸਟੇਜ ਫਿਰ ਹੁੰਦੀ ਹੈ ਲਿਵਰ ਸਿਰੋਸਿਸ, ਜਿਹੜੀ ਕਿ ਦੇਖੋ ਦੇਖਣ 'ਚ ਹੀ ਇੰਨੀ ਖਤਰਨਾਕ ਹੁੰਦੀ ਹੈਗੀ ਹੈ। ਉਸ ਤੋਂ ਬਾਅਦ ਪੇਸ਼ੈਂਟ ਦੀ ਹਾਲਤ ਬਹੁਤ ਜ਼ਿਆਦਾ, ਪੇਸ਼ੈਂਟ ਬੈੱਡ 'ਤੇ ਹੋ ਜਾਂਦਾ ਹੈ, ਬਾਹਾਂ ਉਹਦੀਆਂ ਬਿਲਕੁਲ ਪਤਲੀਆਂ ਰਹਿ ਜਾਂਦੀਆਂ ਹਨ, ਉਹਦਾ ਸਿਰਫ ਢਿੱਡ ਹੀ ਦਿਖਦਾ ਹੈ, ਲੱਤਾਂ ਵੀ ਬਿਲਕੁਲ ਪਤਲੀਆਂ ਰਹਿ ਜਾਂਦੀਆਂ, ਸਿਰਫ ਵੇਟ ਉਹਦਾ ਸਿਰਫ ਪੇਟ ਦਾ ਹੀ ਵੇਟ ਹੁੰਦਾ। ਅਤੇ ਉਸ ਤੋਂ ਬਾਅਦ ਉਹਦੀ ਰੰਗ ਕਾਲਾ ਹੋ ਜਾਂਦਾ ਹੈ, ਸਰੀਰ ਦੇ ਵਿੱਚ ਖਾਰਿਸ਼ ਜਲਨ ਹੋਣੀ ਸ਼ੁਰੂ ਹੁੰਦੀ ਹੈਗੀ ਹੈ, ਭੁੱਖ ਬਿਲਕੁਲ ਨਹੀਂ ਲੱਗਦੀ, ਪਿਸ਼ਾਬ ਆਉਣਾ ਘੱਟ ਹੋ ਜਾਂਦਾ ਹੈ, ਕਿਉਂਕਿ ਲਿਵਰ ਔਰ ਕਿਡਨੀ ਆਪਸ ਦੇ ਵਿੱਚ ਐਸੋਸੀਏਟ ਹੈ। ਜਦੋਂ ਲਿਵਰ ਸਿਰੋਸਿਸ ਹੋ ਜਾਂਦਾ, ਉਹਦਾ ਕ੍ਰੀਟਿਨਿਨ ਲੈਵਲ, ਯੂਰੀਆ ਲੈਵਲ ਵੀ ਵੱਧ ਜਾਂਦਾ ਹੈ। ਉਸ ਤੋਂ ਬਾਅਦ ਉਹਦੇ ਨੂੰ ਟੈਪਿੰਗ ਕਰਾਉਣੀ ਪੈਂਦੀ ਹੈ, ਜਿਹਨੂੰ ਕਿ ਪਾਣੀ ਕੱਢਣਾ ਕਹਿੰਦੇ ਹੈਗੇ ਸਰੀਰ 'ਚੋਂ। ਫਿਰ ਉਹਨੂੰ ਹਫ਼ਤੇ 10 ਦਿਨ 15 ਦਿਨ ਬਾਅਦ ਪਾਣੀ ਕਢਵਾਉਣਾ ਪੈਂਦਾ ਹੈਗਾ, ਜਿਹੜਾ ਕਿ ਦੁਬਾਰਾ ਰੀਫਿਲ ਹੋ ਜਾਂਦਾ, ਦੁਬਾਰਾ ਭਰ ਜਾਂਦਾ ਹੈਗਾ। ਇਸ ਕਰਕੇ ਇਸ ਚੀਜ਼ ਤੋਂ ਵਾਪਸੀ ਹੋਣੀ ਮਾਡਰਨ ਸਾਇੰਸ ਦੇ ਵਿੱਚ ਮੁਸ਼ਕਿਲ ਹੈਗੀ ਹੈ। ਉਹ ਡਾਕਟਰ ਤਾਂ ਇੱਥੇ ਹੀ ਕਹਿਣਾ ਸ਼ੁਰੂ ਕਰ ਦਿੰਦੇ ਵੀ ਹੁਣ ਤੁਹਾਨੂੰ ਟਰਾਂਸਪਲਾਂਟ ਦੀ ਲੋੜ ਹੈਗੀ ਹੈ, ਉਸ ਤੋਂ ਬਿਨਾਂ ਕੋਈ ਸੋਲੂਸ਼ਨ ਨਹੀਂ ਹੈਗਾ। ਅਤੇ ਉਸ ਤੋਂ ਅੱਗੇ ਫਿਰ ਸੋਲੂਸ਼ਨ ਹੁੰਦਾ ਲਿਵਰ ਕੈਂਸਰ, ਜਿਹਦੇ ਵਿੱਚ ਲਿਵਰ ਬਿਲਕੁਲ ਹੀ ਕਾਲਾ ਹੋ ਜਾਂਦਾ ਹੈ, ਅਤੇ ਇਹਦਾ ਵੀ ਹੱਲ ਇੱਕੋ ਹੀ ਹੈ ਵੀ ਲਿਵਰ ਟਰਾਂਸਪਲਾਂਟ, ਠੀਕ ਹੈ ਨਾ। ਬਟ ਸਾਡੀ ਸਾਇੰਸ ਜਿਹੜੀ ਸਪੈਜਰਿਕ ਸਾਇੰਸ ਦੇ ਵਿੱਚ ਮੈਂ ਕੰਮ ਕਰਦਾ ਹੈਗਾ, ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਵਾਪਸੀ ਹੈਗੀ। ਮਤਲਬ ਇਸ ਸਟੇਜ ਜਿਹੜਾ ਕਾਲਾ ਹੋਇਆ ਲੀਵਰ ਹੈ, ਇਹਦੀ ਵੀ ਵਾਪਸੀ ਹੈ? ਹਾਂਜੀ। ਲਿਵਰ ਕੈਂਸਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੀ ਪ੍ਰਕਿਰਿਆ ਨੂੰ ਰੋਕਣਾ ਹੈਗਾ, ਕਿਉਂਕਿ ਜਦੋਂ ਇਹ ਖਰਾਬ ਹੋ ਗਿਆ, ਬਾਡੀ ਡੀਟੌਕਸੀਫਾਈ ਹੋਣੀ ਬੰਦ ਹੋ ਜਾਂਦੀ ਹੈ, ਬਾਡੀ ਦੇ ਅੰਦਰ ਸਾਡੇ ਜ਼ਹਿਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ, ਜਿਹਦੇ ਨਾਲ ਸਾਨੂੰ ਕੈਂਸਰ ਦੀ ਹੋਰ ਔਰਗਨ ਦੇ ਵਿੱਚ ਵੀ ਕੈਂਸਰ ਸਪਰੈਡ ਹੁੰਦਾ ਹੈਗਾ, ਨਾਲ ਸਾਡੇ ਕਿਡਨੀ ਵਿੱਚ ਨਾਲ ਇਨਵੋਲਵ ਹੋ ਜਾਂਦੀ ਹੈ, ਜਿਹਦੇ ਨਾਲ ਕਿ ਸਾਨੂੰ ਕ੍ਰੀਟਿਨਿਨ ਵੱਧ ਜਾਂਦਾ ਹੈਗਾ, ਯਾਨੀ ਕਿ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਪੇਸ਼ੈਂਟ ਦੀ। ਜੀ। ਅਤੇ ਫਿਰ ਇਹ ਠੀਕ ਕਿਵੇਂ ਕੀਤੇ ਜਾ ਸਕਦੇ ਨੇ? ਤੁਸੀਂ ਅੱਜ ਇੱਥੇ ਦਾਖਾਂ ਵੀ ਰੱਖੀਆਂ ਨੇ, ਕਿਸ਼ਮਿਸ਼ ਰੱਖੀ ਹੈ, ਇਹ ਤਾਂ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ ਇਹ ਹੈ ਕੀ, ਇਹ ਕੀ ਚੀਜ਼ ਹੈ ਜੀ?
ਇਹ ਹੈਗਾ ਜੀ ਸੇਬ ਦਾ ਸਿਰਕਾ, ਜਿਹਨੂੰ ਐਪਲ ਸਾਈਡਰ ਵਿਨੇਗਰ ਕਹਿੰਦੇ ਹੈ। ਇਹ ਸ਼ਹਿਦ ਹੈ ਜੀ। ਇਹ ਸ਼ਹਿਦ ਹੈਗਾ ਜੀ। ਲਸਣ ਦਾ ਕੀ ਕਰਦਾ? ਹਾਂ ਮੈਂ ਦੱਸਦਾ ਜੀ। ਦੇਖੋ ਜਦੋਂ ਲੀਵਰ ਤੁਹਾਡਾ ਖਰਾਬ ਹੋਣਾ ਸ਼ੁਰੂ ਹੋਇਆ, ਫੈਟੀ ਲੀਵਰ ਹੋ ਗਿਆ, ਉਦੋਂ ਤੱਕ ਤੁਸੀਂ ਉਹਦੇ ਵਿੱਚ ਘਰ ਦੇ ਵਿੱਚ ਵੀ ਇਲਾਜ ਕਰ ਸਕਦੇ ਆ, ਠੀਕ ਹੈ ਨਾ। ਉਹਦੇ ਵਿੱਚ ਮੈਂ 3 ਤਰ੍ਹਾਂ ਦੇ ਨਾਲ ਲੀਵਰ ਡੀਟੌਕਸੀ ਕਰਨ ਦੇ ਦੱਸਦਾ ਹੈਗਾ। ਜਿੱਦਾਂ ਸਭ ਤੋਂ ਪਹਿਲਾਂ ਹੈਗਾ ਇਹ ਐਪਲ ਸਾਈਡਰ ਵਿਨੇਗਰ ਹੈ ਜੀ, ਜਿਹਨੂੰ ਸੇਬ ਦਾ ਸਿਰਕਾ ਕਹਿੰਦੇ ਹਨ। ਇਹਨੂੰ ਕਿਸ ਤਰ੍ਹਾਂ ਡੀਟੌਕਸੀਫਾਈ ਕਰਨਾ? ਸਵੇਰੇ ਉੱਠਦੇ ਖਾਲੀ ਪੇਟ 1 ਗਲਾਸ ਪਾਣੀ ਦੇ ਵਿੱਚ 2 ਚਮਚੇ ਸੇਬ ਦਾ ਸਿਰਕਾ, ਠੀਕ ਹੈ। ਇਹ ਨਾਰਮਲ ਪਾਣੀ 'ਚ ਜੀ? ਹਾਂਜੀ ਨਾਰਮਲ ਪਾਣੀ 'ਚ, ਅਗਰ ਕੋਸਾ ਵੀ ਪਾਣੀ ਕਰ ਲਓ ਤਾਂ ਵੀ ਕੋਈ ਦਿੱਕਤ ਨਹੀਂ ਹੈ, ਸਗੋਂ ਉਹਦੇ ਰਿਜ਼ਲਟ ਹੋਰ ਬਿਹਤਰ ਹੋਣਗੇ। 2 ਚਮਚ ਐਪਲ ਸਾਈਡਰ ਵਿਨੇਗਰ ਦੇ ਪਾ ਕੇ ਤੁਸੀਂ ਚੁਸਕੀਆਂ ਲੈ ਕੇ ਪੀ ਰਹੇ ਹੋ? ਹਾਂ ਦੇਖੋ ਇਹ ਆਲਵੇਜ਼ ਇਹ ਹੈਲਪ ਹੀ ਕਰਦਾ ਹੈਗਾ। ਐਪਲ ਸਾਈਡਰ ਵਿਨੇਗਰ ਦੇ ਮੈਂ ਹੋਰ ਵੀ ਤੁਹਾਨੂੰ ਬੈਨੀਫਿਟਸ ਦੱਸਦਾ। ਇੱਕ ਤਾਂ ਇਹ ਸ਼ੂਗਰ ਦੇ ਲੈਵਲ ਨੂੰ ਬਿਲਕੁਲ ਠੀਕ ਰੱਖਦਾ ਹੈ। ਜਿਹਦਾ ਸ਼ੂਗਰ ਡਿਸਟਰਬ ਹੈਗੀ ਉਹਨੂੰ ਐਪਲ ਸਾਈਡਰ ਵਿਨੇਗਰ ਪੀਣਾ ਚਾਹੀਦਾ। ਉਹ ਲੀਵਰ ਵੀ ਠੀਕ ਕਰਦਾ, ਇਹਨੂੰ ਵੀ ਠੀਕ ਕਰਦਾ ਹੈ। ਨੰਬਰ 2 ਤੇ ਸਕਿਨ ਦੀ ਪ੍ਰੋਬਲਮ ਲਈ ਬਹੁਤ ਅੱਛਾ ਹੁੰਦਾ ਹੈ। ਕੋਲੇਸਟ੍ਰੋਲ ਨੂੰ ਬਹੁਤ ਅੱਛਾ ਮੇਨਟੇਨ ਕਰਦਾ ਹੈਗਾ। ਸੋ ਕਾਫੀ ਜਗ੍ਹਾ ਤੇ ਕੰਮ ਕਰਦਾ। ਆਪਾਂ ਲੀਵਰ ਦੀ ਗੱਲ ਕਰ ਰਹੇ ਹਾਂ। ਇਹ ਰੋਜ਼ ਖਾਲੀ ਪੇਟ ਪੀਓ। ਇਹਦੇ ਨਾਲ ਤੁਹਾਨੂੰ ਹਫਤੇ ਦੇ ਵਿੱਚ ਹੀ ਤੁਹਾਡਾ ਲੀਵਰ ਬਹੁਤ ਅੱਛਾ ਡੀਟੌਕਸੀਫਾਈ ਹੋਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 2 ਤੇ ਆ ਕੁਛ ਇਹਨੂੰ ਕਹਿੰਦੇ ਜੀ ਕਿਸ਼ਮਿਸ਼ ਜਾਂ ਦਾਖਾਂ, ਠੀਕ ਹੈ। ਇਹਦੇ 15 ਤੋਂ 20 ਦਾਣੇ ਲੈ ਲੈਣੇ ਆ। ਇਹ ਰਾਤ ਨੂੰ ਤੁਸੀਂ ਪਾਣੀ ਦੇ ਗਲਾਸ 'ਚ ਪਾ ਦੇਣੇ ਹੈਗੇ, ਠੀਕ ਹੈ। ਉਸ ਤੋਂ ਬਾਅਦ 15 ਤੋਂ 20? ਹਾਂ 15 ਤੋਂ 20 ਦਾਣੇ ਲੈ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਗਲਾਸ ਨੂੰ ਭਰ ਕੇ ਰਾਤੀ ਆਪਣੇ ਸਿਰਹਾਣੇ 'ਚ ਰੱਖ ਲੈਣਾ ਹੈਗਾ। ਗਲਾਸ ਕੋਈ ਵੀ ਹੋਵੇ ਜਾਂ ਕੱਚ ਜਾਂ ਮਿੱਟੀ ਦੇ ਜੀ? ਕੱਚ ਦਾ ਮਿੱਟੀ ਦਾ ਬੈਟਰ ਹੈ, ਸਟੀਲ ਨਹੀਂ ਲੈਣਾ ਹੈਗਾ, ਮੈਟਲ ਨਹੀਂ ਲੈਣਾ ਕੋਈ ਨਹੀਂ ਲੈਣਾ ਹੈਗਾ, ਠੀਕ ਹੈ ਜੀ। ਕੱਚ ਦੇ ਜਾਂ ਮਿੱਟੀ ਦੇ ਗਲਾਸ 'ਚ ਰਹਿ ਕੇ ਇਹਨੂੰ ਰੰਗੋ। ਸਵੇਰ ਨੂੰ ਇਹ ਬਹੁਤ ਵਧੀਆ ਥੋੜ੍ਹੀ ਆਪਣਾ ਫੁੱਲ ਜਾਂਦੀ ਹੈਗੀ ਹੈ। ਸਵੇਰੇ ਇਹ ਪਾਣੀ ਪੀ ਲਓ ਅਤੇ ਜਿਹੜੀਆਂ ਇਹ ਕਿਸ਼ਮਿਸ਼ ਹੈਗੀ ਹੈ, ਦਾਖਾਂ ਹੈਗੀਆਂ, ਇਹਨਾਂ ਨੂੰ ਚੱਬ ਕੇ ਖਾ ਲਓ। ਇਹਦੇ ਨਾਲ ਇੱਕ ਤਾਂ ਤੁਹਾਡਾ ਲੀਵਰ ਡੀਟੌਕਸੀਫਾਈ ਹੋਏਗਾ, ਤੁਹਾਨੂੰ ਕਿਡਨੀ ਦੀ ਸਮੱਸਿਆ ਨਹੀਂ ਹੋਏਗੀ, ਤੁਹਾਡਾ ਜਿਹੜਾ ਕਹੋ ਵੀ ਯੂਰਿਕ ਐਸਿਡ ਇਹਦੇ ਨਾਲ ਬਹੁਤ ਅੱਛਾ ਮੇਨਟੇਨ ਹੁੰਦਾ ਹੈਗਾ, ਠੀਕ ਹੈ ਨਾ। ਸਭ ਤੋਂ ਪਹਿਲੀ ਤਾਂ ਗੱਲ ਹੈ ਲੀਵਰ ਨੂੰ ਬਹੁਤ ਅੱਛੀ ਤਰ੍ਹਾਂ ਡੀਟੌਕਸੀਫਾਈ ਕਰਦਾ। ਔਰ ਜਿਸ ਪੇਸ਼ੈਂਟ ਨੂੰ HB ਦੀ ਸਮੱਸਿਆ ਹੈਗੀ, ਜਿਹਦਾ ਖੂਨ ਘੱਟ ਬਣਦਾ ਜਾਂ ਖੂਨ ਘੱਟ ਹੁੰਦਾ, ਉਹਦੇ ਵਿੱਚ ਵੀ ਇਹ ਬਹੁਤ ਅੱਛਾ ਇਹਦਾ ਫਲ ਹੈਗਾ। ਨੰਬਰ 3 ਦੇ ਉੱਪਰ ਸਵੇਰੇ ਅਸੀਂ ਖਾਲੀ ਪੇਟ 1 ਲਸਣ ਦੀ ਗੱਠੀ ਲੈ ਲੈਣੀ ਹੈ, ਠੀਕ ਹੈ। ਅਗਰ ਵੱਡੀ ਹੈ ਤਾਂ 1 ਨਹੀਂ ਤਾਂ 2 ਲੈ ਕੇ। ਇਹਦੇ ਜਿੰਨੀ ਤਾਂ ਇੱਕੋ ਹੀ ਬਹੁਤ ਹੈ ਮੈਨੂੰ ਲੱਗਦਾ। ਹਾਂਜੀ ਇਹ ਵੱਡੇ ਸਾਈਜ਼ ਦੀ ਹੈਗੀ ਹੈ। ਇਹਨੂੰ ਕਿਸ ਤਰ੍ਹਾਂ ਲੈਣਾ ਹੈਗਾ? ਇਹਨੂੰ ਅਗਰ ਤਾਂ ਕੱਚਾ ਖਾਂਦੇ ਆ ਇਹਦੇ ਨਾਲ ਥੋੜ੍ਹੀ ਗੈਸ ਪ੍ਰੋਡਿਊਸ ਹੁੰਦੀ ਹੈਗੀ ਹੈ। ਇਹਨੂੰ ਪਕਾ ਲੈਣਾ ਚਾਹੀਦਾ। ਇਹਨੂੰ ਇੱਦਾਂ ਇੱਕ ਕਾਂਟੇ ਦੇ ਵਿੱਚ ਕਰਕੇ ਫਸਾ ਕੇ ਇਹਨੂੰ ਜਾਂ ਤਾਂ ਗੈਸ ਦੇ ਉੱਪਰ ਰੱਖ ਲਓ, ਨਹੀਂ ਤਾਂ ਜਿੱਦਾਂ ਇਹ ਲਾਈਟਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ ਕਰਨਾ। ਸਮਝਾਉਣ ਵਾਸਤੇ? ਹਾਂਜੀ ਸਮਝਾਉਣ ਵਾਸਤੇ। ਇਹਦੇ ਨਾਲ ਇਹ ਪੱਕ ਜਾਂਦਾ। ਇਹਦੇ ਕੋਈ ਬੈਡ ਇਫੈਕਟ ਜਿਹੜੇ ਖਤਮ ਹੁੰਦੇ ਆ। ਨੰਬਰ 2 ਤੇ ਗੈਸ ਨਹੀਂ ਪ੍ਰੋਡਿਊਸ ਕਰਦਾ ਹੈ, ਠੀਕ ਹੈ। ਇਹ ਜਦੋਂ ਪੱਕ ਜਾਵੇ ਲੀਵਰ ਪਟਾਕਾ ਵੀ ਮਾਰ ਜਾਂਦਾ ਜੀ? ਨਹੀਂ ਪਟਾਕਾ ਨਹੀਂ ਮਾਰਦਾ। ਅੱਛਾ ਇਹਨੂੰ ਕਿਸ ਤਰ੍ਹਾਂ ਖਾਣਾ ਹੈਗਾ? ਇਹਨੂੰ ਖਾਲੀ ਪੇਟ ਖਾਣਾ ਹੈਗਾ। ਇੱਕ ਪਾਣੀ ਦਾ ਗਲਾਸ ਲੈ ਕੇ ਇਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾ ਲੈਣਾ, ਠੀਕ ਹੈ ਜੀ। ਆਹ ਦੇਖੋ ਇਹ ਬਿਲਕੁਲ ਪਿਓਰੈਸਟ ਫਾਰਮ ਆਫ ਹਨੀ ਹੈ। ਅਗਰ ਪਿਓਰ ਮਿਲੇ ਤਾਂ ਸਭ ਤੋਂ ਵਧੀਆ, ਅਗਰ ਨਹੀਂ ਤਾਂ ਕੋਈ ਕੰਪਨੀ ਦਾ ਵੀ ਲਿਆ ਜਾ ਸਕਦਾ ਹੈਗਾ। 1 ਚਮਚਾ ਸ਼ਹਿਦ ਦਾ ਪਾ ਕੇ ਇਹਨੂੰ ਅੱਛੀ ਤਰ੍ਹਾਂ ਹਿਲਾ ਕੇ ਪਹਿਲਾਂ ਲਸਣ ਖਾ ਲਓ, ਉਸ ਤੋਂ ਉੱਪਰ ਹੈ ਸ਼ਹਿਦ ਵਾਲਾ ਪਾਣੀ ਪੀ ਲਓ। ਇਹ ਵੀ ਲੀਵਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਡੀਟੌਕਸੀਫਾਈ ਕਰਦਾ ਹੈ। ਫਸਟ ਗ੍ਰੇਡ ਸੈਕੰਡ ਗ੍ਰੇਡ ਤੱਕ ਇਹ ਲੀਵਰ ਦੀ ਵਾਪਸੀ ਕਰਦਾ ਹੈ ਜੀ। ਜੀ ਜੀ। ਤੇ ਫਿਰ ਜਿਹੜੇ ਡਾਕਟਰ ਸਾਹਿਬ ਜਿਹੜੇ ਲੋਕ ਨੇ, ਇਹ ਤੁਸੀਂ ਕਹਿ ਰਹੇ ਹੋ ਕਿ ਫਸਟ ਸੈਕਿੰਡ ਥਰਡ ਦੀਆਂ ਸਟੇਜਾਂ ਹੁੰਦੀਆਂ ਨੇ, ਸਾਨੂੰ ਕਿਵੇਂ ਪਤਾ ਲੱਗੇ ਸਾਡਾ ਲੀਵਰ ਹੈ ਜਿਹੜਾ ਫਸਟ ਸਟੇਜ 'ਚ ਹੈ, ਸੈਕਿੰਡ ਸਟੇਜ 'ਚ ਹੈ, ਫੈਟੀ ਹੈ? ਬਹੁਤ ਸਾਰੇ ਅੱਜ ਕੱਲ੍ਹ ਤਾਂ ਇੱਕ ਅਲੱਗ ਕਿਸਮ ਦਾ ਫੈਟੀ ਲੀਵਰ ਚੱਲਿਆ ਜਿਹਨੂੰ ਅਲਕੋਹਲਿਕ ਫੈਟੀ ਲੀਵਰ ਕਹਿੰਦੇ ਨੇ। ਸ਼ਰਾਬ ਪੀਣ ਨਾਲ ਜਿਹੜਾ ਹੋ ਜਾਂਦਾ ਹੈ, ਅਲਕੋਹਲ ਲੈਣ ਨਾਲ, ਅਲਕੋਹਲ ਦੀ ਕੰਜ਼ੰਪਸ਼ਨ ਨਾਲ ਜਿਹੜਾ ਹੋ ਜਾਂਦਾ ਹੈ। ਸਾਨੂੰ ਕਿਵੇਂ ਪਤਾ ਲੱਗੇ ਜੀ ਸਾਡਾ ਲੀਵਰ ਕਿਹੜੇ ਸਟੇਜ ਦੇ ਉੱਤੇ ਹੈ? ਪਤਾ ਲੱਗ ਸਕਦਾ ਜੀ? ਜੀ ਇਹਦੇ ਲਈ ਦੇਖੋ 2 ਚੀਜ਼ਾਂ। ਇੱਕ ਤਾਂ ਬਲੱਡ ਟੈਸਟ ਹੁੰਦਾ ਹੈਗਾ, CBC ਔਰ LFT ਟੈਸਟ ਕਰਾਉਣਾ ਚਾਹੀਦਾ। LFT ਮੀਨਸ ਲਿਵਰ ਫੰਕਸ਼ਨ ਟੈਸਟ।
ਉਹਦੇ ਵਿੱਚ ਅਗਰ ਤੁਹਾਡੇ SGOT SGPT 50 ਤੋਂ ਪਲੱਸ ਆਣੇ ਸ਼ੁਰੂ ਹੋ ਗਏ, ਦੈਟ ਮੀਨ ਤੁਹਾਡਾ ਲਿਵਰ ਖਰਾਬੀ ਵੱਲ ਜਾ ਰਿਹਾ ਹੈਗਾ, ਠੀਕ ਹੈ। ਹੁਣ ਕਈ ਪੇਸ਼ੈਂਟ ਦੇ ਅਸੀਂ ਦੇਖੇ ਹੈ, ਤੁਸੀਂ ਬਲੀਵ ਨਹੀਂ ਕਰਨਾ, 2-2000 2500 ਤੱਕ SGOT PT ਹੋਏ ਹੁੰਦੇ ਆ। ਜਿਹੜਾ ਬਿਲੀਰੂਬਿਨ ਹੈਗਾ ਉਹ 1 ਪੁਆਇੰਟ ਤੋਂ ਥੱਲੇ ਹੋਣਾ ਚਾਹੀਦਾ, ਉਹ ਵੀ ਬਿਲੀਰੂਬਿਨ ਕਈਆਂ ਦਾ 5 6 8 10 ਤੱਕ ਦੇਖਿਆ ਹੈਗਾ। ਉਹ ਜਿੰਨਾ ਵੀ ਇਹ ਮਾਤਰਾ ਵਧੀ ਜਾਏਗੀ, ਇਸ ਨੰਬਰ 1 ਤਾਂ ਇਸ ਚੀਜ਼ ਤੋਂ ਪਤਾ ਲੱਗਦਾ। ਨੰਬਰ 2 ਤੇ ਅਲਟਰਾਸਾਊਂਡ ਪੇਟ ਦੀ ਸਕੈਨ ਜਿਹਨੂੰ ਕਹਿੰਦੇ ਹੈਗੇ, ਉਹ ਕਰਵਾ ਲਓ। ਉਹਦੇ ਤੇ ਸਭ ਕੁਝ ਮੈਂਸ਼ਨ ਹੋ ਜਾਂਦਾ, ਤੁਹਾਡਾ ਲਿਵਰ ਕਿੰਨੇ ਗ੍ਰੇਡ ਤੱਕ ਖਰਾਬ ਹੋਇਆ ਹੈ। ਲਿਵਰ ਫੈਟੀ ਲਿਵਰ 1 ਗ੍ਰੇਡ ਹੈ, 2 ਗ੍ਰੇਡ ਹੈ, ਲਿਵਰ ਫਾਈਬਰੋਸਿਸ ਹੈ, ਲਿਵਰ ਸਰੋਸਿਸ ਹੈ, ਉਹ ਤੋਂ ਸਾਰਾ ਪਤਾ ਲੱਗ ਜਾਂਦਾ ਹੈ। ਉਸ ਤੋਂ ਵੀ ਅਗਰ ਜ਼ਿਆਦਾ ਅੱਛੇ ਰਿਜ਼ਲਟ ਲੈਣਾ ਚਾਹੋ ਤਾਂ ਤੁਸੀਂ ਉਹਦੀ CT ਸਕੈਨ ਜਾਂ MRI ਕਰਵਾ ਕੇ ਉਹ ਤੋਂ ਡਾਇਗਨੋਜ਼ ਹੋ ਜਾਂਦਾ, ਇੱਕ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਸਾਡਾ ਲਿਵਰ ਕਿੱਥੇ ਪਹੁੰਚਿਆ ਹੈਗਾ। ਪਰ ਸਾਡੀ ਥੋੜ੍ਹੀ ਜਿਹੀ ਵਿਡੰਬਨਾ ਇਹ ਹੈਗਾ ਵੀ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਵੇਟ ਕਰਦੇ ਹੈਗੇ ਵੀ ਇਹਦੀ ਕੋਈ ਨਹੀਂ ਦਵਾਈ ਖਾ ਲਾਂਗੇ, ਜਾਂ ਆਪਾਂ ਮਤਲਬ ਕਿ ਕੋਈ ਹੋਰ ਚੀਜ਼ਾਂ ਖਾਂਦੇ ਰਹਿੰਦੇ ਆ। ਅੱਜ ਕੱਲ੍ਹ ਸਭ ਨੂੰ ਵੱਡਾ ਜਿਹੜਾ ਕਾਰਨ ਹੈ ਫਾਸਟ ਫੂਡ, ਅਲਕੋਹਲ ਦੀ ਓਵਰ ਡਰਿੰਕਿੰਗ, ਔਰ ਜੋ ਆਪਾਂ ਬਾਹਰ ਦਾ ਜਿਹੜਾ ਇੱਕ ਅਨਹੈਲਦੀ ਖਾਣਾ ਖਾਂਦੇ ਆ, ਉਹ ਸਾਡੇ ਲਿਵਰ ਨੂੰ ਖਰਾਬ ਕਰਨ ਦੇ ਵਿੱਚ ਬਹੁਤ ਵੱਡਾ ਉਹਦਾ ਯੋਗਦਾਨ ਹੈ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸੇਬ ਦਾ ਸਿਰਕਾ ਹੈ ਇਹ ਲੀਵਰ ਨੂੰ ਐਵੇਂ ਧੋ ਦਿੰਦਾ ਹੈ ਜਿਸ ਤਰੀਕੇ ਨਾਲ ਮਸ਼ੀਨ 'ਚ ਪਾ ਕੇ ਕੱਪੜੇ ਧੋ ਦਿੱਤੇ ਜਾਂਦੇ ਨੇ। ਉਹ ਕਿਵੇਂ ਕਰੇਗਾ ਜੀ, ਕੰਮ ਕਿਵੇਂ ਕਰੇਗਾ? ਦੇਖੋ ਇਹਦਾ ਜਦੋਂ ਖਾਲੀ ਪੇਟ ਅਸੀਂ ਐਪਲ ਸਾਈਡਰ ਵਿਨੇਗਰ ਹੈ ਨਾ, ਇਹਨੇ ਜਾਣਾ ਸਿੱਧਾ ਸਾਡੇ ਕੋਈ ਵੀ ਆਪਾਂ ਚੀਜ਼ ਖਾਂਦੇ ਆ, ਉਹ ਸਭ ਤੋਂ ਪਹਿਲਾਂ ਸਾਡੇ ਆਪਣਾ ਸਟਮਕ ਤੋਂ ਜਾ ਕੇ ਲਿਵਰ ਦੇ ਵਿੱਚ ਜਾਂਦੀ ਹੈ। ਜਿੱਦਾਂ ਐਲਕੋਹਲ ਹੈਗੀ ਹੈ, ਐਲਕੋਹਲ ਵੀ ਸਭ ਤੋਂ ਪਹਿਲਾਂ ਅਸੀਂ ਪੀਂਦੇ ਹਾਂ 10 ਮਿੰਟ ਦੇ ਵਿੱਚ ਸਾਡੇ ਲਿਵਰ ਤੇ ਪਹੁੰਚ ਜਾਂਦੀ ਹੈ। ਤਾਂ ਹੀ ਸਾਨੂੰ ਜਿਹੜਾ ਵੀ ਐਲਕੋਹਲ ਪੀਂਦਾ ਉਹਨੂੰ 15 ਮਿੰਟ 'ਚ ਨਸ਼ਾ ਹੋ ਜਾਂਦਾ ਹੈ। ਅਗਰ ਉਹ ਪਾਚਨ ਤੰਤਰ ਦੇ ਥਰੂ ਜਾਵੇ ਤਾਂ ਉਹਨੇ ਕਮ ਸੇ ਕਮ 1.5 ਘੰਟੇ ਬਾਅਦ ਨਸ਼ਾ ਕਰਨਾ ਜਾ ਕੇ। ਇਸ ਕਰਕੇ ਕੋਈ ਵੀ ਚੀਜ਼ ਲੈਂਦੇ ਸਭ ਤੋਂ ਪਹਿਲਾਂ ਲਿਵਰ ਦੇ ਵਿੱਚ ਪਹੁੰਚ ਜਾਂਦੀ ਹੈ। ਇਹ ਦੇਖੋ ਤੁਹਾਨੂੰ ਮੈਂ ਥੋੜ੍ਹਾ ਜਸਟ ਦੱਸਦਾ, ਇਹਨੇ ਜਦੋਂ ਐਪਲ ਸਾਈਡਰ ਵਿਨੇਗਰ ਨੇ ਇਹਨੂੰ ਇਸ ਤਰ੍ਹਾਂ ਸਾਫ਼ ਕਰਕੇ ਸਲੋਲੀ ਇਹਨੇ 3 ਗ੍ਰੇਡ ਤੋਂ 2 ਤੇ 2 ਤੋਂ 1 ਤੇ 1 ਤੇ ਬਿਲਕੁਲ ਇੱਕ ਹੈਲਦੀ ਲਿਵਰ ਤੇ ਲਿਆਉਣਾ ਹੈਗਾ, ਠੀਕ ਹੈ ਨਾ। ਇਹਦਾ ਬਹੁਤ ਅੱਛੇ ਰਿਜ਼ਲਟ ਹੈਗੇ ਨੇ, ਪਰ ਇਹਨੂੰ ਮੇਕ ਇਟ ਕੰਟੀਨਿਊ। ਇਹਨੂੰ ਇਹ ਨਾ ਕਰੋ ਵੀ ਆਪਾਂ 4 ਦਿਨ 5 ਦਿਨ ਕਰਕੇ ਫਰਕ ਨਹੀਂ ਪਿਆ, ਇਹਨੂੰ ਮਹੀਨਾ 2 ਮਹੀਨੇ ਲਗਾਤਾਰ ਕਰੋ। ਤੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸੇਬ ਦਾ ਸਿਰਕਾ ਹੈ ਉਹ ਇਸੇ ਤਰੀਕੇ ਨਾਲ ਜੇਕਰ ਯੂਜ਼ ਕਰਦੇ ਰਹੀਏ ਤਾਂ ਜਿਹੜਾ ਇਹ ਵਾਲਾ ਸਟੇਜ ਹੈਗੀ ਹੈ ਤੇ ਉਹ ਹੈਲਦੀ ਵਾਲੇ ਪਾਸੇ ਨੂੰ ਆ ਜਾਏਗੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਆ ਜਾਏਗਾ ਜੀ। ਤੇ ਇਹਨੂੰ ਆਪਾਂ ਨਾਲ ਥੋੜ੍ਹੀ ਡਾਈਟ, ਥੋੜ੍ਹੀ ਐਕਸਰਸਾਈਜ਼, ਗ੍ਰੀਨੀ ਵੈਜੀਟੇਬਲ, ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੁਸੀਂ ਕੰਸਲਟ ਕਰ ਸਕਦੇ ਹੈਗੇ ਹੋ। ਸਾਡੇ ਕੋਲ ਕੁਝ ਮੈਡੀਸਨ ਵੀ ਹੈਗੀਆਂ। ਕਈ ਵਾਰੀ ਹੁੰਦਾ ਵੀ ਅਸੀਂ ਉਸ ਚੀਜ਼ ਤੱਕ ਨਹੀਂ ਪਹੁੰਚ ਪਾਉਂਦੇ ਹੈਗੇ, ਜਾਂ ਸਾਡੀ ਬਿਮਾਰੀ ਜ਼ਿਆਦਾ ਅੱਗੇ ਵੱਡੇ ਲੈਵਲ ਤੇ ਪਹੁੰਚ ਗਈ ਹੈਗੀ ਹੈ, ਤਾਂ ਇੱਕ ਵਾਰੀ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲੈਣਾ ਚਾਹੀਦਾ ਹੈ। ਅੱਛਾ, ਤੇ ਜਿਹੜਾ ਲੀਵਰ ਹੈਗਾ ਜੀ, ਮੰਨ ਲਓ ਲੀਵਰ ਸਾਡਾ 1st 2nd 3rd ਸਟੇਜ ਕਿਸੇ ਵੀ ਜਾਣ ਤੋਂ ਪਹਿਲਾਂ, ਇੱਕ ਆਮ ਬੰਦੇ ਨੂੰ ਮੋٹے ਜਿਹੇ ਸਿੰਪਟਮ ਤੁਸੀਂ ਵੈਸੇ ਦਿੱਤੇ ਨੇ, ਤੇ ਜਦੋਂ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਹੀ ਕੰਮ ਖਰਾਬ ਹੋ ਗਿਆ, ਉਹਦੇ ਤੇ ਵੀ ਕੰਮ ਕਰੇਗਾ ਜੀ? ਦੇਖੋ ਉਹਦੇ ਨਾਲ ਹੈਲਪ ਤਾਂ ਕਰੇਗਾ, ਬਟ ਉਹਦੇ ਨਾਲ ਮੈਡੀਸਨ ਖਾਣੀ ਪਏਗੀ, ਕਿਉਂਕਿ ਲਿਵਰ ਦੀ ਵੀ ਆਪਣੀ ਇੱਕ ਲਿਵਰ ਵੈਸੇ ਤਾਂ ਐਸਾ ਅੱਛਾ ਔਰਗਨ ਹੈ, ਇਹਦਾ ਕੰਮ 500 ਤਰ੍ਹਾਂ ਦਾ ਕੰਮ ਹੁੰਦਾ ਹੈਗਾ ਬੋਡੀ ਦੇ ਵਿੱਚ ਜੀ। 500 ਤਰ੍ਹਾਂ ਦੇ ਫੰਕਸ਼ਨ ਕਰਦਾ ਲਿਵਰ, ਠੀਕ ਹੈ ਨਾ। ਸਾਰੀ ਬੋਡੀ ਨੂੰ ਹਰੇਕ ਔਰਗਨ ਨੂੰ ਉਹਦੇ ਹਿਸਾਬ ਦੇ ਨਾਲ ਨਿਊਟ੍ਰੀਸ਼ਨ ਪਹੁੰਚਾਉਣਾ, ਠੀਕ ਹੈ। ਹਰੇਕ ਬੋਡੀ ਦਾ ਮਤਲਬ ਕਿ ਹਰੇਕ ਔਰਗਨ ਦਾ ਲਿਵਰ ਨੇ ਖਿਆਲ ਕਰਨਾ ਹੈ। ਇਹ ਆਪਣੇ ਆਪ ਨੂੰ ਖੁਦ ਵੀ 22 ਦਿਨਾਂ 'ਚ ਰਿਪੇਅਰ ਕਰ ਲੈਂਦਾ ਹੈ, ਠੀਕ ਹੈ। 22 ਦਿਨ 'ਚ ਰਿਪੇਅਰ ਕਰਕੇ, ਚਾਹੇ ਜੌਂਡਿਸ ਹੋਇਆ ਹੁੰਦਾ, ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ ਕਿਸੇ ਕੋਲ ਆਪਾਂ ਜਾਂਦੇ ਆ, ਉਹ ਤੁਹਾਨੂੰ ਪਾਣੀ ਦਾ ਛਿੱਟਾ ਮਾਰਦਾ, ਕਹਿੰਦਾ ਵੀ ਹਾਂਜੀ ਹਫ਼ਤੇ ਬਾਅਦ ਆਈਓ, ਤੀਜੇ ਹਫ਼ਤੇ ਲਿਵਰ ਤੁਹਾਡਾ ਠੀਕ ਹੋ ਜਾਊਗਾ, ਜਦ ਕਿ ਉਹ ਸਾਰਾ ਕੰਮ ਲਿਵਰ ਆਪ ਕਰਦਾ ਹੈ, ਤੇ ਉਹਦਾ ਬੈਨੀਫਿਟ ਬਾਬਾ ਜੀ ਲੈ ਜਾਂਦੇ ਆ। ਸੋ ਇਸ ਕਰਕੇ ਲਿਵਰ ਦਾ ਜ਼ਿਆਦਾ ਖਿਆਲ ਰੱਖੋ। ਦੇਖੋ ਜਦੋਂ ਤੁਹਾਨੂੰ ਦਿੱਕਤ ਹੋਣੀ ਸ਼ੁਰੂ ਹੋ ਗਈ, ਬਾਹਰਲਾ ਟੋਟਲੀ ਖਾਣਾ ਬੰਦ ਕਰ ਦਿਓ, ਫਰੂਟ ਔਰ ਵੈਜੀਟੇਬਲ ਤੇ ਆ ਜਾਓ, ਠੀਕ ਹੈ ਨਾ। ਐਲਕੋਹਲ ਬੰਦ ਕਰ ਦਿਓ, ਫੈਟ ਪਾਰਟੀਕਲਸ ਬੰਦ ਕਰ ਦਿਓ, ਠੀਕ ਹੈ। ਤਲੀਆਂ ਚੀਜ਼ਾਂ, ਹੋਰ ਇਹ ਚੀਜ਼ਾਂ ਬਾਹਰ ਦੀਆਂ ਅਵੋਇਡ ਕਰ ਦਿਓ। ਓਨਲੀ ਤੁਸੀਂ ਵੈਜੀਟੇਬਲ ਔਰ ਫਰੂਟ ਤੇ ਆ ਜਾਓ, ਲਿਵਰ ਨੇ ਆਪਣੇ ਆਪ ਹੀ ਇਹਨੂੰ ਰਿਪੇਅਰ ਕਰਨਾ ਸ਼ੁਰੂ ਕਰ ਦੇਣਾ। ਮੈਨੂੰ ਲੱਗਦਾ ਸਿਰਕੇ ਨੇ ਮਾਡਲ ਤੇ ਵੀ ਕੰਮ ਸ਼ੁਰੂ ਕਰਤਾ, ਇਹ ਵੀ ਚਮਕੀਲਾ ਜਿਹਾ ਕਰਤਾ। ਹਾਂਜੀ ਹਾਂਜੀ, ਫਰਕ ਪੈਂਦਾ ਜੀ, ਬਿਲਕੁਲ ਫਰਕ ਪੈਂਦਾ ਹੈਗਾ। ਪਰ ਜਦੋਂ ਇੱਥੇ ਸਿਰੋਸਿਸ ਤੱਕ ਪਹੁੰਚ ਗਏ ਨਾ, ਫਿਰ ਨਾਲ ਤੁਹਾਨੂੰ ਦਵਾਈ ਖਾਣੀ ਪਏਗੀ। ਸਾਡੇ ਕੋਲ ਐਸੀਆਂ ਦਵਾਈਆਂ ਸਪੈਜਰਿਕ ਸਾਇੰਸ ਦੀਆਂ, ਜਿਹੜੀਆਂ ਕਿ ਇਹ ਦੇਖੋ, ਇਹਦੇ ਵਿੱਚ ਸਾਡੇ ਕੋਲ ਐਸੀ ਕੰਡੀਸ਼ਨ ਦੇ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਡਾਕਟਰਸ ਨੇ ਕਹਿ ਦਿੱਤਾ ਵੀ ਤੁਹਾਡੇ ਕੋਲ ਹੁਣ 15 ਦਿਨ ਹੈਗੇ, ਠੀਕ ਹੈ ਨਾ। ਜਾਂ ਟਰਾਂਸਪਲਾਂਟ ਦਾ ਇੱਕ ਹੁਣ ਮੇਰੇ ਕੋਲ ਸਾਡੇ ਕੋਲ ਪਿੱਛੇ ਪੇਸ਼ੈਂਟ ਆਇਆ ਸੀਗਾ, ਇੱਕ ਸਾਡੇ ਲੁਧਿਆਣੇ ਦੇ ਸਭ ਨਾਲੋਂ ਵੱਡੇ ਹਸਪੀਟਲ ਦੇ ਸਭ ਨਾਲੋਂ ਨੰਬਰ 1 ਲਿਵਰ ਦੇ ਡਾਕਟਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਤੇਰੇ ਕੋਲ 15 ਦਿਨ ਹੈਗੇ ਆ, ਜਾਂ ਤਾਂ ਲਿਵਰ ਦਾ ਟਰਾਂਸਪਲਾਂਟ ਕਰਾ ਲਓ, ਅਦਰਵਾਈਜ਼ ਤੁਸੀਂ ਸਰਵਾਈਵ ਨਹੀਂ ਕਰ ਪਾਓਗੇ। ਦੈਨ ਹੀ ਕੇਮ ਟੂ ਮੀ, ਮੇਰੇ ਕੋਲ ਆਇਆ
ਤੇ ਉਹਨੇ ਦੱਸਿਆ, ਕਹਿੰਦਾ ਜੀ ਅਸੀਂ ਪਤਾ ਕਰਵਾਇਆ ਵੀ ਪੈਕੇਜ ਦਾ ਰੇਟ ਸਾਡਾ 30 ਲੱਖ ਰੁਪਈਆ ਮੰਗਦੇ ਹੈਗੇ ਦਿੱਲੀ ਦੇ ਕਿਸੇ ਹਸਪਤਾਲ ਦੇ ਵਿੱਚ, ਤੇ ਡੋਨਰ ਵੀ ਤੁਹਾਡਾ ਆਪਣਾ ਘਰ ਦਾ ਹੀ ਹੋਣਾ ਚਾਹੀਦਾ ਹੈਗਾ। ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਦਵਾਈ ਸ਼ੁਰੂ ਕਰੋ, ਠੀਕ ਹੈ। ਪਹਿਲਾਂ ਉਹਦੀ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਉਹਦੀ ਟੈਪਿੰਗ ਹੁੰਦੀ ਸੀ, ਪਾਣੀ ਕਢਵਾਉਣਾ ਪੈਂਦਾ ਸੀਗਾ। 1 ਮਹੀਨੇ ਦੇ ਵਿੱਚ ਉਹਦੀ ਟੈਪਿੰਗ ਹੋਣੀ ਬੰਦ ਹੋ ਗਈ। ਅੱਜ ਉਹ ਬੰਦੇ ਦਾ ਬਿਲਕੁਲ, ਇੱਕ ਤਾਂ ਉਹਦਾ ਹੁਣ ਲੀਵਰ ਤਾਂ ਸੈੱਟ ਹੋਇਆ, ਅੱਗੇ ਜਿਹੜਾ ਬਿਲਕੁਲ ਉਹ ਕਾਲਾ ਹੋ ਗਿਆ ਸੀਗਾ, ਉਹਦਾ ਰੰਗ ਵੀ ਹੁਣ ਫੇਅਰ ਹੋ ਗਿਆ। ਉਹ ਬੰਦਾ ਹੁਣ ਆਪਣੀ ਜੌਬ ਕਰ ਰਿਹਾ ਹੈਗਾ, ਬਿਲਕੁਲ ਉਹ ਹੈਲਦੀ ਹੋ ਚੁੱਕਿਆ ਹੈਗਾ। ਸੋ ਇਸ ਕਰਕੇ ਕਈ ਵਾਰੀ ਹੁੰਦਾ ਵੀ ਸਾਨੂੰ ਇੱਕ ਸਾਇੰਸ ਤੋਂ ਨਹੀਂ ਫਰਕ ਪਵੇ, ਸਾਨੂੰ ਦੂਸਰੀ ਸਾਇੰਸ ਦੇ ਵੱਲ ਜਾਣਾ ਚਾਹੀਦਾ ਹੈਗਾ। ਜੀ। ਅੱਛਾ, ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਸੀਂ ਕਿੱਥੇ ਮਿਲਦੇ ਹੋ ਔਰ ਤੁਹਾਡੇ ਨਾਲ ਰਾਬਤਾ ਕਰਨ ਦਾ ਕੀ ਢੰਗ ਹੈ? ਮੇਰਾ ਜੀ ਲੁਧਿਆਣੇ ਹੈਬੋਵਾਲ ਕਲਾਂ ਜਗ੍ਹਾ ਹੈਗੀ ਆ, ਉੱਥੇ ਠਾਕੁਰ ਹਸਪੀਟਲ ਦੇ ਨਾਂ 'ਤੇ ਮੇਰਾ ਹਸਪੀਟਲ ਹੈਗਾ, ਜਿੱਥੇ ਅਸੀਂ ਇਹਦੇ ਨਾਲ ਲਿਵਰ ਦੇ ਨਾਲ ਮੈਂ ਕੈਂਸਰ, ਕਿਡਨੀ ਫੇਲੀਅਰ, ਸ਼ੂਗਰ, ਬਲੱਡ ਪ੍ਰੈਸ਼ਰ, ਥਾਇਰਾਇਡ ਔਰ ਅਰਥਰਾਈਟਿਸ, ਗਾਊਟ, ਗਠੀਆ, ਇਹਨਾਂ ਚੀਜ਼ਾਂ ਦੀ ਵੀ ਮੈਂ ਇੱਕ ਡਿਫਰੈਂਟ ਸਾਇੰਸ ਦੇ ਨਾਲ ਕੰਮ ਕਰਦਾ ਹਾਂ, ਜਿਹਦੇ ਕਿ ਸਾਨੂੰ ਬਹੁਤ ਵਧੀਆ ਰਿਜ਼ਲਟ ਹੈਗੇ ਆ। ਅਤੇ ਹੌਲੀ ਹੌਲੀ ਉਹਨਾਂ ਦੀਆਂ ਜੋ ਪੁਰਾਣੀਆਂ ਕਰੋਨਿਕ ਡਿਜ਼ੀਜ਼ ਦੀਆਂ ਮੈਡੀਸਨ ਲੱਗੀਆਂ ਉਹ ਵੀ ਘੱਟ ਹੋ ਰਹੀਆਂ ਅਤੇ ਪੇਸ਼ੈਂਟ ਹੈਲਦੀ ਹੋ ਰਹੇ ਨੇ। ਤੇ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ, ਜਿਹੜੇ ਅਸੀਂ ਇਮਲੀ ਵਾਲਾ ਨੁਸਖਾ ਬਣਾਇਆ ਸੀ, ਬਹੁਤ ਸਾਰੇ ਲੋਕਾਂ ਦਾ ਰਿਪਲਾਈ ਆਇਆ ਕਿ ਉਹਨਾਂ ਨੂੰ ਫਰਕ ਪਿਆ, ਬਹੁਤ ਫਰਕ ਪਿਆ। ਕਈਆਂ ਨੇ ਕਿਹਾ ਕਿ ਸਾਨੂੰ ਘੱਟ ਫਰਕ ਪੈ ਰਿਹਾ, ਪਰ ਬਹੁਤ ਘੱਟ ਫਰਕ ਪੈ ਰਿਹਾ, ਤੇ ਕਈਆਂ ਨੇ ਕਿਹਾ ਸਾਨੂੰ ਫਰਕ ਹੀ ਨਹੀਂ ਪਿਆ ਜੀ। ਤੇ ਉਹਦੇ ਵਾਸਤੇ ਤੁਹਾਡੇ ਕੋਲ ਫਿਰ ਕੋਈ ਆਪਸ਼ਨ ਹੈਗੀ ਹੈ? ਜੀ, ਉਹ ਦੇਖੋ, ਜਿਨ੍ਹਾਂ ਨੂੰ ਤਾਂ ਸਿਰਫ ਓਨਲੀ ਰਾਤ ਨੂੰ ਪਿਸ਼ਾਬ ਬਾਰ-ਬਾਰ ਜਾਣ ਦੀ ਸਮੱਸਿਆ ਹੈ, ਉਹਦੇ ਵਿੱਚ ਤਾਂ ਇਮਲੀ ਦਾ ਪਾਣੀ ਬਹੁਤ ਵਧੀਆ ਕੰਮ ਕਰਦਾ ਹੈ। ਪਰ ਕਈ ਵਾਰੀ ਪੇਸ਼ੈਂਟ ਦੀ ਹਾਲਤ ਥੋੜ੍ਹੀ ਜ਼ਿਆਦਾ, ਉਹਦੀ ਬਿਮਾਰੀ ਜਿਹਨੂੰ ਪ੍ਰੋਸਟੇਟੋਮੈਗੈਲੀ ਕਹਿੰਦੇ, ਇਨਲਾਰਜਮੈਂਟ ਆਫ ਪ੍ਰੋਸਟੇਟ, ਜਿਹੜੀ 55-60 ਸਾਲ ਦੀ ਉਮਰ ਤੋਂ ਬਾਅਦ ਹੋ ਜਾਂਦਾ, ਉਹਦੇ ਵਿੱਚ ਖਾਸ ਕਰ ਮੇਲ ਨੂੰ ਬਿਮਾਰੀ ਹੁੰਦੀ ਹੈਗੀ ਹੈ, ਬੰਦਿਆਂ 'ਚ ਇਹ ਬਿਮਾਰੀ ਹੁੰਦੀ ਹੈਗੀ, ਜਿਹਦੇ ਵਿੱਚ ਯੂਰਿਨ ਤੁਹਾਡਾ ਲੀਕੇਜ ਹੁੰਦੀ ਰਹਿੰਦੀ ਹੈ ਜਾਂ ਬਾਰ-ਬਾਰ ਯੂਰਿਨ ਜਾਂਦਾ ਹੈਗਾ। ਉਹਦੇ ਵਿੱਚ ਕਈ ਵਾਰੀ ਇਕੱਲੀ ਚਾਹ ਦਾ ਨਹੀਂ ਕੰਮ ਕਰਦੀ, ਉਹਦੇ ਲਈ ਅਸੀਂ ਬਹੁਤ ਵਧੀਆ ਨਾਲ ਦਵਾਈਆਂ ਦਿੰਦੇ ਹਾਂ। ਈਵਨ ਡਾਕਟਰਸ ਨੂੰ ਕਹਿ ਦਿੱਤਾ ਜਾਵੇ ਵੀ ਆਪਰੇਟ ਕਰਨਾ ਪਏਗਾ, ਅਤੇ ਆਪਰੇਟ ਵਾਲੇ ਪੇਸ਼ੈਂਟ ਵੀ 3 ਆਪਰੇਸ਼ਨ ਕਰਨ ਵਾਲੇ ਪੇਸ਼ੈਂਟ ਸਾਡੇ ਕੋਲ ਆਏ, ਜਿਹੜੇ ਅੱਜ ਬਿਲਕੁਲ ਠੀਕ ਹੋ ਰਹੇ ਨੇ, ਠੀਕ ਹੈ ਨਾ। ਸੋ ਕਈ ਵਾਰੀ ਜਿਨ੍ਹਾਂ ਨੂੰ ਇਮਲੀ ਤੋਂ ਨਹੀਂ ਫਰਕ ਪਿਆ, ਉਹ ਮੈਨੂੰ ਇੱਕ ਵਾਰੀ ਕੰਸਲਟ ਕਰ ਸਕਦੇ ਨੇ। ਸਾਡੀਆਂ ਕੋਈ ਬਹੁਤ ਵੱਡੀਆਂ ਦਵਾਈਆਂ ਨਹੀਂ, ਸਿਰਫ ਡ੍ਰੌਪਸ ਵਾਲੀਆਂ ਦਵਾਈਆਂ, ਜਿਹਦੇ ਨਾਲ ਤੁਹਾਨੂੰ ਦੇਖਦੇ ਦੇਖਦੇ ਬਹੁਤ ਜਲਦੀ ਅੱਛਾ ਫਰਕ ਮਿਲਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਔਰ ਮੈਨੂੰ ਲੱਗਦਾ ਕਿ ਜਿਹੜਾ ਨੁਸਖਾ ਅੱਜ ਤੁਸੀਂ ਸਾਂਝਾ ਕੀਤਾ ਸਾਡੇ ਨਾਲ, ਇਹ ਵੀ ਇਮਲੀ ਦੀ ਤਰ੍ਹਾਂ ਲੋਕਾਂ ਦਾ ਜਿਹੜਾ ਜ਼ਿੰਦਗੀ ਬਚਾਉਣ ਵਾਲਾ ਨੁਸਖਾ ਸਾਬਿਤ ਹੋਏਗਾ। ਠੀਕ ਹੈ ਜੀ, ਥੈਂਕ ਯੂ, ਧੰਨਵਾਦ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ। ਸੋ ਇਹ ਸਨ ਡਾਕਟਰ ਰਾਜੇਸ਼ ਠਾਕੁਰ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਲੀਵਰ ਨੂੰ ਹੈਲਦੀ ਰੱਖ ਸਕਦੇ ਹਾਂ, ਔਰ ਕਿਸ ਤਰੀਕੇ ਨਾਲ ਜਿਹੜਾ ਲੀਵਰ ਨੂੰ, ਜੇਕਰ ਅਸੀਂ ਸੇਬ ਦਾ ਸਿਰਕਾ, ਦਾਖਾਂ, ਕਿਸ਼ਮਿਸ਼ ਦਾ ਸੇਵਨ ਹੈਗਾ ਜਿਹੜਾ ਇਹਨਾਂ ਦੇ ਤਰੀਕੇ ਨਾਲ ਕਰਦੇ ਨੇ, ਔਰ ਜਿਹੜਾ ਸ਼ਹਿਦ ਔਰ ਲਸਣ ਵਾਲਾ ਜਿਹੜਾ ਵੀ ਤਰੀਕਾ ਇਹਨਾਂ ਨੇ ਦੱਸਿਆ, ਉਹ ਵੀ ਮੈਨੂੰ ਲੱਗਦਾ ਕਿ ਬਹੁਤ ਲੋਕਾਂ ਦੇ ਉੱਤੇ ਕਾਰਗਰ ਸਾਬਿਤ ਜਿਹੜਾ ਉਹ ਹੋ ਸਕਦਾ। ਪਰ ਮੈਂ ਇੱਕ ਵਾਰ ਫਿਰ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਦੱਸਦਾ ਕਿ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਪਰਪਸ ਹੁੰਦਾ ਹੈ, ਉਹ ਹਮੇਸ਼ਾ ਹੀ ਐਜੂਕੇਟਿਵ ਰਹਿੰਦਾ ਹੈ। ਅਸੀਂ ਦੱਸਣ ਦੀ ਫਿਰਾਕ ਦੇ ਵਿੱਚ ਹਮੇਸ਼ਾ ਰਹਿਣਾ ਹੈ ਕਿ ਜਿਹੜੀ ਕੁਦਰਤ ਹੈ ਉਹ ਬਹੁਤ ਪਾਵਰਫੁੱਲ ਹੈ। ਜਦੋਂ ਵੀ ਤੁਸੀਂ ਵਾਪਸੀ ਕਰਦੇ ਹੋ, ਚਾਹੇ 15 ਸਾਲ ਦੀ ਉਮਰ ਹੈ, ਚਾਹੇ ਤੁਹਾਡੀ ਉਮਰ 75 ਸਾਲ ਦੀ ਉਮਰ ਹੈ, ਹਮੇਸ਼ਾ ਕੁਦਰਤ ਤੁਹਾਨੂੰ ਆਪਣੀ ਗਲਵੱਕੜੀ 'ਚ ਲਏਗੀ, ਔਰ ਤੁਹਾਡਾ ਜਿਹੜਾ ਸਰੀਰ ਹੈਗਾ ਉਸ ਨੂੰ ਫਾਇਦਾ ਹੈ ਜਿਹੜਾ ਉਹ ਜ਼ਰੂਰ ਹੋਏਗਾ। ਤੁਸੀਂ ਵੀ ਜਿਹੜੇ ਨੁਸਖੇ ਫਾਰਮੂਲੇ ਅਜ਼ਮਾਉਣੇ ਨੇ, ਉਹ ਕਿਸੇ ਨਾ ਕਿਸੇ ਚੰਗੇ ਵੈਦ, ਡਾਕਟਰ, ਹਕੀਮ ਦੀ ਸੁਪਰਵਿਜ਼ਨ 'ਚ ਅਪਣਾਉਣੇ ਨੇ, ਕਿਉਂਕਿ ਕੁਛ ਵੀ ਗਲਤ ਕੀਤਾ ਹੋਇਆ, ਕੁਛ ਵੀ ਗਲਤ ਲਿਆ ਹੋਇਆ, ਕੁਛ ਵੀ ਗਲਤ ਖਾਧਾ ਹੋਇਆ ਜਿਹੜਾ ਨੁਸਖਾ ਹੈਗਾ, ਉਹ ਫਾਇਦੇ ਦੀ ਥਾਂ 'ਤੇ ਤੁਹਾਨੂੰ ਨੁਕਸਾਨ ਕਰ ਸਕਦਾ ਹੈ।